ਸਿਹਤ ਸੇਵਾਵਾਂ ਵਿੱਚ ਆਪਣੀ ਅਲੱਗ ਪਹਿਚਾਣ ਕਾਇਮ ਕਰਨ ਵਾਲੇ ਨਿਊ ਲਾਈਫ ਹਸਪਤਾਲ ਮਜੀਠਾ ਰੋਡ ਅੰਮ੍ਰਿਤਸਰ ਵਿਖੇ महिला ਅਤੇ ਬੱਚੇ ਦਾ ਜੀਵਨ ਕੀਤਾ ਸੁਰੱਖਿਅਤ। ਜਾਣਕਾਰੀ ਦਿੰਦੇ ਹੋਏ ਹਸਪਤਾਲ ਦੇ विशेषज्ञ डॉक्टर की टीम ने दसिया कि हमारे पास पेशेंट इमरजेंसी में आया था। पेशेंट को 8वें महीने की प्रेगनेंसी थी और काफ़ी ज़्यादा पेशेंट को ब्लीडिंग हो रही थी और अल्ट्रासाउंड में आया था कि बच्चे की दिल की धड़कन भी कम हो रही है, बच्चे को अंदर सांस की दिक्कत भी हो रही थी। पेशेंट की जो ऑल थी वो ऑल बच्चादानी को फाड़ के अंदर घुस गई थी, जैसे कि जिस तरह से अगर मैं सिंपल शब्दों में कहूँ, जिस तरह से कैंसर फैलने लगता है उस तरह से ऑल बच्चादानी फाड़ के बच्चादानी के बाहर पेशाब की थैली तक पहुंच गई थी। तो ऐसे में फिर हमने पेशेंट की इमरजेंसी सर्जरी की है और आज पेशेंट और बच्चा दोनों बिल्कुल सही है। ओटी टेबल पे ही जान जाने का बहुत बड़ा रिस्क होता है। इसमें बहुत हैवी ब्लीडिंग होती है, लगभग 8-10 यूनिट ब्लड के ओटी के अंदर ही लग जाते हैं पेशेंट को। इस तरह के केसेस में इसे प्लासेंटा अक्रीटा कहते हैं। ये एक रेयर केस था। इसमें ऐसा था कि पेशेंट पूरी प्रेगनेंसी ये चीज़ डिटेक्ट नहीं हुई और 8वें महीने में जब पेशेंट ने लास्ट में अल्ट्रासाउंड कराया तब उनको ये पता चला कि ऐसी दिक्कत है अंदर। ਇਹ ਜਿਹੜਾ ਕੇਸ ਸੀ ਨਾ ਇੱਕ ਆਪਣੇ ਆਪ 'ਚ ਪਹਿਲਾ ਕੇਸ ਸੀਗਾ। ਇਹ ਅਸੀਂ ਆਮ ਤੌਰ 'ਤੇ ਮੈਂ ਕਹਾਂਗਾ ਅਸੀਂ ਇਹੋ ਜਿਹੀ 10 ਜਾਂ 12 ਆਪਰੇਸ਼ਨ ਕਰ ਚੁੱਕੇ ਹਾਂ ਆਲਰੇਡੀ ਪਿਛਲੇ 2-3 ਸਾਲ ਦੇ ਵਿੱਚ। ਇਹ ਅਲੱਗ ਇਹ ਸੀ ਕਿ ਇਹ ਐਮਰਜੈਂਸੀ ਆਪਰੇਸ਼ਨ ਕਰ ਰਹੇ ਸੀ। ਆਮ ਤੌਰ 'ਤੇ ਸਾਡੇ ਕੋਲ ਮੈਡਮ ਕੋਲ ਪੇਸ਼ੈਂਟ ਨਾ ਫੋਲੋਅਪ 'ਤੇ ਹੁੰਦੇ ਪਹਿਲਾਂ ਹੀ, ਸਾਨੂੰ ਪਤਾ ਹੁੰਦਾ ਕਿ ਇਸ ਪੇਸ਼ੈਂਟ ਨੂੰ ਇਹ ਸਰਜਰੀ ਹੋਣੀ ਹੈ। ਅਸੀਂ ਖੂਨ ਦਾ ਇੰਤਜ਼ਾਮ ਕਰ ਵਗੈਰਾ ਕਿ ਜਿੰਨੇ ਖੂਨ ਚਾਹੀਦੇ, 5 ਚਾਹੀਦੇ, 7 ਚਾਹੀਦੇ, 10 ਚਾਹੀਦੇ, ਇੰਤਜ਼ਾਮ ਕਰਕੇ ਅਸੀਂ ਇਲੈਕਟਿਵਲੀ ਸਾਰਾ ਕੁਝ ਕੰਟਰੋਲ ਸਿਚੁਏਸ਼ਨ 'ਚ ਆਪਰੇਸ਼ਨ ਕਰਦੇ ਹਾਂ। ਇਸ ਮਰੀਜ਼ ਕੀ ਸੀ, ਇੱਕ ਪਾਸੇ ਬੱਚੇ ਦੀ ਫੀਟਲ ਡਿਸਟ੍ਰੈਸ ਸੀਗਾ, ਬੱਚੇ ਦਾ ਸਾਹ ਵੀ ਔਖਾ ਸੀ, ਮਾਂ ਦਾ ਵੀ ਸਾਹ ਔਖਾ ਸੀ, ਬਲੀਡਿੰਗ ਆਲਰੇਡੀ ਹੋ ਚੁੱਕੀ ਸੀ। ਤੇ ਪੇਸ਼ੈਂਟ ਨੂੰ ਆਪਰੇਸ਼ਨ ਤੋਂ ਪਹਿਲਾਂ ਵੀ ਅਸੀਂ ਰਿਸਸਟੇਟ ਕਰਨਾ ਸੀ, ਆਪਰੇਸ਼ਨ ਦੇ ਦੌਰਾਨ ਵੀ ਕਰਨਾ ਸੀ, ਆਪਰੇਸ਼ਨ ਦੇ ਬਾਅਦ ਵੀ ਕਰਨਾ ਸੀ। ਬੇਸਿਕਲੀ ਜੀ ਬੱਚਾ ਜਦੋਂ ਇਸ ਤਰ੍ਹਾਂ ਮਦਰ ਨੂੰ ਇੰਨੀ ਪਰੇਸ਼ਾਨੀ ਹੋ ਗਈ, ਬੱਚੇ ਦੇ ਹੋਣ ਦੇ ਨਾਲ ਉਸ ਤੋਂ ਬਾਅਦ ਉਹਨੂੰ ਸਾਹ ਦੀ ਤਕਲੀਫ ਸਟਾਰਟ ਹੋ ਜਾਂਦੀ ਹੈ। ਉਸ ਲਈ ਫਿਰ ਉਹਨੂੰ ਉਸ ਵੈਂਟੀਲੇਟਰ ਦੇ ਵਿੱਚ ਉਹਨੂੰ ਰੱਖਣਾ ਪਿਆ ਸਾਨੂੰ। ਵੈਂਟੀਲੇਟਰ ਦੇ ਨਾਲ ਉਹ ਬੱਚਾ 1-2 ਦਿਨ ਰਿਹਾ, ਫਿਰ ਉਸ ਤੋਂ ਬਾਅਦ ਸੀਪੈਪ ਤੇ ਰਿਹਾ, ਫਿਰ ਆਕਸੀਜਨ ਤੇ ਰਿਹਾ। ਆਫਟਰ ਦੈਟ ਉਹ ਬੱਚਾ ਵਿਦਾਊਟ ਆਕਸੀਜਨ ਹੋ ਗਿਆ, ਦੁੱਧ ਵੀ ਵਧੀਆ ਪੀਣ ਲੱਗ ਗਿਆ, ਬੱਚਾ ਉਹ ਠੀਕ ਹੋ ਗਿਆ। ਸਾਡੇ ਕੋਲ ਲੈਵਲ 3 NICU ਹੈ। ਇਹਦੇ ਵਿੱਚ ਸਰ ਕੀ ਹੈ, ਅਸੀਂ ਵੈਂਟੀਲੇਟਰ ਸੁਵਿਧਾ, ਸੀਪੈਪ ਸੁਵਿਧਾ, ਫੋਟੋਥੈਰੇਪੀ, ਐਕਸਚੇਂਜ ਟ੍ਰਾਂਸਫਿਊਜ਼ਨ, ਐਵਰੀਥਿੰਗ ਅਸੀਂ ਨਿਊ